हर कृपा ते संत भेटिया, नानक मन परगास। भरमत फिरत बहु जन्म बिलाने, भरमत फिरत बहु जन्म बिलाने, तन मन धन नहीं धीरे, लालच बिख काम लुभ तराता, मन विसरे प्रभ हीरे। राव बिख फल मीठ लगे मन बौरे, चार विचार ना जानिया, गुण ते प्रेत बड़ी अनभांति, जन्म मरण फिर तानिया, प्रेम भगत मानी सुख जानिया, तृप्त अघाना मुक्त पाए, जोत समाए समानी पीतर, जोत समाए समानी जाकै, अछले प्रभ पहचानिया, धन धन पाया तरणी तरु, मिल जन संत समानिया, जोत समाई समानी जाकै, अछले प्रभ पहचानिया, धन धन पाया तरणी तरु, मिल जन संत समानिया। जपो जी सतनाम सदा सतनाम। परम सन्मानयोग ਸਾਹਿਬ ਦੀ ਸਾਜੀ ਤੇ ਨਿਵਾਡੀ ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ, ਜੈ ਗੁਰਦੇਵ। ਧੰਨ ਗੁਰਦੀਪ, ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ ਰਵਿਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ, ਧੰਨ ਭਾਗੀ ਹੋ। ਉਦਾਸੀ ਡੇਰਾ ਸੰਤ ਬਾਬਾ ਟਹਿਲਦਾਈ ਸਲੇਮ ਟਾਬਰੀ ਲੁਧਿਆਣਾ ਵਿਖੇ ਸਾਧ ਸੰਗਤ ਜੀ, ਸਾਧੂ ਸੰਗ ਦੁਲੰਭ ਹੈ, ਗੁਰਮੁਖ ਸੁਖ ਫਲ ਭਗਤ ਪਿਆਰੀ। ਤਿਤ ਜਾਈ ਬਹੁ ਸਤ ਸੰਗਤੀ, ਜਿਤ ਹਰਿ ਕਾ ਹਰ ਨਾਮ ਬਿਲੋਈਏ। ਸਾਧ ਸੰਗਤ ਜੀ, ਸੰਗਤ ਰੂਪ ਹੋ ਕਰਕੇ ਸਵਾਸਾਂ ਰੂਪੀ ਪੂੰਜੀ ਨੂੰ ਕੀਮਤੀ ਬਣਾ ਰਹੇ ਹੋ। ਤਨ ਰੂਪੀ ਧਰਤੀ ਦੇ ਅੰਦਰ ਨਾਮ ਬੀਜ ਸੰਤੋਖ ਸੁਹਾਗਾ, ਅਮਲ ਕਰ ਧਰਤੀ ਬੀਜ ਸ਼ਬਦ। ਤਨ ਰੂਪੀ ਧਰਤੀ ਦੇ ਅੰਦਰ ਪ੍ਰਭੂ ਸਿਮਰਨ ਦਾ, ਨਾਮ ਦਾ, ਉਪਦੇਸ਼ ਦਾ, ਗਿਆਨ ਦਾ ਬੀਜ ਬੀਜ ਰਹੇ ਹੋ। ਸਾਧ ਸੰਗਤ ਜੀ, ਧੰਨ ਭਾਗੀ ਹੋ। ਅੱਜ ਦਾ ਪਾਵਨ ਸ਼ਬਦ ਸਾਹਿਬ ਸਤਿਗੁਰੂ ਧੰਨਾ ਜੀ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਗਿਆ। ਸਾਧ ਸੰਗਤ ਜੀ, ਰਾਗ ਆਸਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਗ 487 ਤੇ ਸੁਭਾਈਮਾਨ ਹੈ। ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ, ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਾਧ ਸੰਗਤ ਜੀ, ਸਤਿਗੁਰ ਦੀ ਮਹਿਮਾ, ਅਟੁੱਟ ਵਿਸ਼ਵਾਸ ਤੇ ਸਾਧ ਸੰਗਤ ਜੀ ਅਟੁੱਟ ਭਰੋਸਾ ਸਾਧ ਸੰਗਤ ਜੀ ਜਿਨ੍ਹਾਂ ਦੇ ਹਿਰਦੇ ਅੰਦਰ ਵਸਿਆ ਹੈ। ਸਾਹਿਬ ਸਤਿਗੁਰੂ ਧੰਨਾ ਜੀ ਮਹਾਰਾਜ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਅਟੁੱਟ ਵਿਸ਼ਵਾਸ ਹੈ, ਪੂਰਨ ਭਰੋਸਾ ਹੈ। ਤੇ ਸਾਧ ਸੰਗਤ ਜੀ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ
ਸਾਹਿਬ ਸਤਿਗੁਰੂ ਨਾਮਦੀਪ ਜੀ ਮਹਾਰਾਜ, ਸਾਹਿਬ ਸਤਿਗੁਰੂ ਕਬੀਰ ਜੀ, ਸਾਹਿਬ ਸਤਿਗੁਰੂ ਸੈਣ ਜੀ ਮਹਾਰਾਜ ਜੀ ਦੀ ਉਪਮਾ ਮਹਿਮਾ ਜਸ ਸੰਗਤ ਰੂਪ ਹੋ ਕਰਕੇ, ਸਾਧ ਸੰਗਤ ਜੀ ਸੰਤ ਮੰਡਲੀ ਦੇ ਵਿੱਚ ਹਾਜ਼ਰ ਹੋ ਕਰਕੇ, ਸੰਗਤ ਵਿੱਚ ਹਾਜ਼ਰ ਹੋ ਕਰਕੇ ਪਰ ਪਿਤਾ ਪਰਮੇਸ਼ਰ ਦੀ ਮਹਿਮਾ ਕੀਰਤ ਜਸ ਸਰਵਣ ਕੀਤਾ ਹੈ। ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਚਨ ਹਨ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੂ ਹੋਇ ਲਾਖੀਣਾ, ਬੁਨ ਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੂਲਾਹਰਾ ਪਇਉ ਗੁਣੀ ਗਹੀਰਾ, ਰਬ ਦਾ ਟਵੰਤਾ ਟੂਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੁਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ ਉਹ ਕਰ ਕਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਇਹ ਬਿਦ ਸੁਣ ਕੇ ਜੱਟ ਰੂ ਉਠ ਭਗਤੀ ਲਾਗਾ, ਮਿਲੈ ਪਰਤਖ ਗੁਸਾਈਆਂ ਧੰਨਾ ਵੱਡ ਭਾਗਾ। ਸਾਹਿਬ ਸਤਿਗੁਰੂ ਧੰਨਾ ਜੀ ਜਿਨ੍ਹਾਂ ਨੇ ਸੰਗਤ ਰੂਪ ਹੋ ਕਰਕੇ ਸਾਧ ਸੰਗਤ ਜੀ, ਸਾਹਿਬ ਸਤਿਗੁਰੂ ਨਾਮਦੀਪ ਜੀ ਦੀ, ਸਾਹਿਬ ਸਤਿਗੁਰੂ ਕਬੀਰ ਜੀ, ਸਾਹਿਬ ਸਤਿਗੁਰੂ ਰਵਿਦਾਸ ਜੀ, ਸਾਹਿਬ ਸਤਿਗੁਰੂ ਸੈਣ ਜੀ ਦੀ ਪ੍ਰੇਮਾ ਭਗਤੀ ਤੇ ਪਰਮੇਸ਼ਰ ਦੀ ਰਹਿਮਤ, ਪਰਮੇਸ਼ਰ ਦੇ ਆਸ਼ੀਰਵਾਦ ਸਦਕਾ ਸੰਸਾਰ ਤੇ ਉਹਨਾਂ ਦੀ ਜਦੋਂ ਸ਼ੋਭਾ ਸੁਣੀ ਤੇ ਸਾਧ ਸੰਗਤ ਜੀ ਧੰਨ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਰਦੇ ਨੇ, ਇਹ ਬਿਦ ਸੁਣ ਕੇ ਜੱਟ ਇਸ ਵਿਧੀ ਨਾਲ, ਇਸ ਢੰਗ ਨਾਲ ਜਦੋਂ ਤੱਕਿਆ ਏ ਕਿ ਇਹਨਾਂ ਮਹਾਂਪੁਰਸ਼ਾਂ ਨੇ ਪਰਮ ਪਿਤਾ ਪਰਮੇਸ਼ਰ ਦੀ ਚਰਨਾਂ ਦੇ ਆਨੰਦ ਨੂੰ ਮਾਣਿਆ ਏ ਤੇ ਪਰਮੇਸ਼ਰ ਨੂੰ ਸਾਹਮਣੇ ਪ੍ਰਤੱਖ ਦਰਸ਼ਨ ਦੀਦਾਰ ਕਰਕੇ ਜੀਵਨ ਨੂੰ ਸਫਲਿਆ ਕੀਤਾ ਏ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਰਦੇ ਨੇ, ਇਹ ਬਿਦ ਸੁਣ ਕੇ ਜੱਟ ਰੂ ਧੰਨਾ ਜੱਟ ਉਠ ਭਗਤੀ ਲਾਗਾ, ਉਦਮ ਕੀਤਾ ਏ, ਉਦਮ ਕਰੀਂਦਿਆਂ ਜੀਉ ਤੂੰ, ਕਮਾਵਦਿਆਂ ਸੁਖ ਪਹੁੰਚ, ਧਿਆਏ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ, ਉਦਮ ਕੀਤਾ ਏ। ਤੇ ਸਾਧ ਸੰਗਤ ਜੀ ਉਦਮ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰਿਆ ਤਿਉਂ ਕਰਨਾ, ਪਰਮੇਸ਼ਰ ਦੀ ਹਿਰਦੇ ਤੋਂ ਪ੍ਰੇਰਨਾ ਮਿਲੀ, ਉਤਸ਼ਾਹ ਮਿਲਿਆ ਏ, ਹਿਰਦੇ ਦੇ ਅੰਦਰ ਉਤਸ਼ਾਹ ਪੈਦਾ ਹੋਇਆ ਏ ਤੇ ਸਾਧ ਸੰਗਤ ਜੀ ਪਰਮੇਸ਼ਰ ਦੀ ਭਗਤੀ ਦੇ ਵਿੱਚ ਸਿਮਰਨ ਦੇ ਵਿੱਚ ਲੀਨ ਰਹਿੰਦੇ ਨੇ। ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ, ਪਰਮ ਪਿਤਾ ਪਰਮੇਸ਼ਰ ਪਰਮਾਤਮਾ ਨੇ ਪ੍ਰਤੱਖ ਹੋ ਕੇ ਦੀਦਾਰ ਬਖਸ਼ੇ ਨੇ, ਧੰਨਾ ਵੱਡ ਭਾਗਾ। ਤੇ ਜਿਹਨੂੰ ਜੱਟ ਨੂੰ ਦੁਨੀਆ ਸਿੱਧਾ ਸਾਦਾ ਜੱਟ ਕਹਿੰਦੀ ਏ, ਭੋਲਾ ਜੱਟ ਕਹਿੰਦੀ ਏ, ਪਰਮੇਸ਼ਰ ਦਾ ਮਿਲਾਪ ਪ੍ਰਾਪਤ ਕੀਤਾ ਏ। ਐਸੀ ਰੱਬੀ ਰੂਹ ਸਾਧ ਸੰਗਤ ਜੀ ਦੇ ਹਿਰਦੇ ਅੰਦਰ ਅਟੁੱਟ ਵਿਸ਼ਵਾਸ ਏ, ਪੂਰਨ ਭਰੋਸਾ ਏ। ਤੇ ਸਾਧ ਸੰਗਤ ਜੀ ਭਾਰਤ ਦੀ ਧਰਤੀ ਰਾਜਸਥਾਨ ਸੂਬੇ ਵਿਖੇ ਟਾਂਕ ਰਾਜਪੂਤਾਨ ਜ਼ਿਮੀਂਦਾਰਾ ਪਰਿਵਾਰ ਦੇ ਅੰਦਰ ਪਿੰਡ ਧੁਆਨ ਵਿਖੇ ਸਾਧ ਸੰਗਤ ਜੀ 1415 ਈਸਵੀ ਨੂੰ ਸਾਹਿਬ ਸਤਿਗੁਰੂ ਧੰਨਾ ਜੀ ਦਾ ਆਗਮਨ ਹੁੰਦਾ ਹੈ, ਜਨਮ ਹੁੰਦਾ ਹੈ। ਬਚਪਨ ਤੋਂ ਐਸੀ ਪ੍ਰੇਰਣਾ ਹੈ, ਹਿਰਦੇ ਦੇ ਅੰਦਰ ਚਾਹ ਹੈ, ਉਤਸ਼ਾਹ ਹੈ। ਤੇ ਸਾਧ ਸੰਗਤ ਜੀ ਸਤ ਸੰਗਤ ਸਾਧ ਪਾਈ ਬੜ ਭਾਗੀ, ਮਨ ਚਲ ਤੂੰ ਪਏ ਅਰੂੜਾ, ਸਾਧੂਆਂ ਦੀ ਸੰਗਤ ਕੀਤੀ ਹੈ। ਤੇ ਜਦੋਂ ਪਰਮ ਪਿਤਾ ਪਰਮੇਸ਼ਰ ਦੀ ਮਹਿਮਾ ਕੀਰਤ ਜਸ ਸੁਣਿਆ ਏ ਤੇ ਕੀਰਤ ਦੇ ਅੰਦਰ ਅਖੌਤੇ ਨੀਵੀਂ ਜਾਤ ਜਿਨ੍ਹਾਂ ਨੂੰ ਸੰਸਾਰ ਨੇ ਦੁਰਕਾਰਿਆ ਏ ਤੇ ਨਿਰੰਕਾਰ ਨੇ ਸਤਕਾਰਿਆ ਏ, ਐਸੀ ਰੱਬੀ ਰੂਹ ਧੰਨ ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਕਬੀਰ ਜੀ, ਸਤਿਗੁਰੂ ਰਵਿਦਾਸ ਜੀ, ਸਤਿਗੁਰੂ ਸੈਣ ਜੀ ਜਦੋਂ ਸੰਸਾਰ ਤੇ ਉਹਨਾਂ ਦੀ ਸ਼ੋਭਾ ਸੁਣੀ ਏ ਤੇ ਮਨ ਦੇ ਅੰਦਰ ਉਤਸ਼ਾਹ ਪੈਦਾ ਹੋਇਆ ਏ। ਸਾਧ ਸੰਗਤ ਜੀ ਦਿਨੇ ਰਾਤ ਪਰਮੇਸ਼ਰ ਨੂੰ ਆਰਾਧਦੇ ਨੇ, ਸਿਮਰਨ ਵਿੱਚ ਲੀਨ ਰਹਿੰਦੇ ਨੇ, ਅਟੁੱਟ ਵਿਸ਼ਵਾਸ ਏ। ਤੇ ਸਾਧ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਸ ਸਮੇਂ ਦੀ ਵਾਰਤਾ ਲਿਖੀ ਏ, ਧੰਨਾ ਜੱਟ ਗਊਆਂ ਚਾਰਦਾ ਏ, ਭੋਲਾ ਭਾਲਾ ਏ। ਤੇ ਸਾਸ ਸਮੇਂ ਦੇ ਹਾਲਾਤਾਂ ਨੂੰ ਇੱਕ ਘਟਨਾ ਵਾਪਰ ਗਈ, ਅਚਰਜ ਕੌਤਕ ਵਰਤ ਗਿਆ। ਕੀ ਦੇਖਦੇ ਨੇ, ਬ੍ਰਾਹਮਣ ਪੂਜੈ ਦੇਵਤਾ, ਧੰਨਾ ਗਊ ਚਰਾਵਣ ਜਾਵੈ,
ਧੰਨਾ ਜੱਟ ਗਊਆਂ ਚਰਾਉਣ ਜਾਂਦਾ ਏ ਤਿਰਾਂਦ ਵਿਖੇ। ਤੇ ਸਾਸੀ ਬ੍ਰਾਹਮਣ ਪਰਿਵਾਰ ਦੇ ਅੰਦਰ ਪੈਦਾ ਹੋਈ ਸਾਧ ਸੰਗਤ ਦੀ ਪਰਮੇਸ਼ਰ ਦੇ ਪਿਆਰੇ ਮੰਦਰ ਦੇ ਅੰਦਰ ਸਾਧ ਸੰਗਤ ਦੀ ਠਾਕਰ ਦੁਆਰੇ ਦੇ ਅੰਦਰ ਦੇਵਤਿਆਂ ਦੀ ਪੂਜਾ ਕਰਦੇ ਨੇ, ਠਾਕਰਾਂ ਦੀ ਪੂਜਾ ਕਰਦੇ ਨੇ। ਬ੍ਰਾਹਮਣ ਪੂਜਾ ਦੇਵਤਾ, ਠਾਕੁਰ ਦੇਵਤਿਆਂ ਦੀ ਪੂਜਾ ਕਰਦੇ ਨੇ। ਧੰਨਾ ਗਊ ਚਰਾਵਣ ਜਾਵੇ, ਧੰਨਾ ਗਊਆਂ ਚਾਰਦਾ। ਧੰਨੇ ਡਿੱਠਾ ਚਲਤ ਏ ਪੁੱਛੈ ਬਾਹਮਣ ਆਖ ਸੁਣਾਵੇ। ਧੰਨਾ ਗਊਆਂ ਚਾਰਦਾ ਚਾਰਦਾ ਮੰਦਰ ਵਿੱਚ ਚਲੇ ਗਿਆ। ਤੇ ਜਦੋਂ ਦੇਖਿਆ ਨਾ ਨਜ਼ਦੀਕ ਨਦੀ ਤੇ ਬ੍ਰਾਹਮਣ ਪੰਡਤ ਜੀ ਆਪ ਇਸ਼ਨਾਨ ਕਰਦੇ ਨੇ, ਫਿਰ ਠਾਕਰਾਂ ਦਾ ਮੂਰਤੀਆਂ ਦਾ ਇਸ਼ਨਾਨ ਕਰਾਉਂਦੇ ਨੇ। ਸ਼ਰਧਾ ਭਾਵਨਾ ਦੇ ਨਾਲ ਸਫਾਈ ਕਰਕੇ ਪ੍ਰਸਾਦ ਰੱਖ ਕੇ ਠਾਕਰਾਂ ਨੂੰ ਆਰਾਧਦੇ ਨੇ, ਬੇਨਤੀਆਂ ਕਰਦੇ ਨੇ, ਭੋਗ ਲਗਾਉਂਦੇ ਨੇ। ਇਹ ਸਾਰਾ ਸਾਧ ਸੰਗਤ ਦੀ ਜੋ ਵਰਤਾਰਾ ਹੈ ਧੰਨਾ ਜੱਟ ਦੇਖ ਰਿਹਾ ਹੈ। ਤੇ ਅੱਜ ਪੁੱਛਦੇ ਨੇ ਉਸ ਪੰਡਤ ਬ੍ਰਾਹਮਣ ਨੂੰ ਕਿ ਇਹ ਤੁਸੀਂ ਕੀ ਕਰ ਰਹੇ ਹੋ? ਪੁੱਛੇ ਬਾਹਮਣ ਆਖ ਸੁਣਾਵੇ। ਤੇ ਉਹ ਪੰਡਤ ਬ੍ਰਾਹਮਣ ਆਖਦਾ ਏ ਠਾਕੁਰ ਦੀ ਸੇਵਾ ਕਰੇ ਜੋ ਇੱਛਾ ਸੋਈ ਫਲ ਪਾਵੇ। ਇਹ ਠਾਕਰ ਨੇ, ਭਗਵਾਨ ਨੇ, ਦੇਵਤਾ ਨੇ। ਇਹਨਾਂ ਦੀ ਅਸੀਂ ਇੱਕ ਮਨ ਚਿੱਤ ਹੋ ਕਰਕੇ, ਸ਼ੁੱਧ ਮਨ ਹੋ ਕਰਕੇ, ਵਿਸ਼ਵਾਸ ਰੱਖ ਕੇ ਪੂਜਾ ਕਰਦੇ ਹਾਂ। ਤੇ ਫਲ ਇਹ ਹੈ ਕਿ ਜੋ ਵੀ ਪਦਾਰਥ ਅਸੀਂ ਚਾਹੁੰਦੇ ਹਾਂ, ਮੰਗਦੇ ਹਾਂ, ਲੋੜਦੇ ਹਾਂ, ਸਾਰੇ ਪ੍ਰਾਪਤ ਹੁੰਦੇ ਨੇ। ਸਾਧ ਸੰਗਤ ਦੀ ਧੰਨਾ ਕਰਦਾ ਜੂਦੜੇ ਮੈਂ ਵੀ ਦੇ ਇੱਕ ਜੇ ਤੁਧ ਪਾਵੇ। ਧੰਨਾ ਦੀ ਉਸ ਪੰਡਤ ਬ੍ਰਾਹਮਣ ਦੀ ਚਰਨਾਂ ਵਿੱਚ ਬੇਨਤੀ ਕਰਦੇ ਨੇ, ਮੈਨੂੰ ਵੀ ਇੱਕ ਠਾਕਰ ਦਿਓ, ਕਿਉਂਕਿ ਮੈਂ ਇਕੱਲਾ ਹੀ ਹਾਂ, ਮੇਰਾ ਕੋਈ ਵੱਡਾ ਪਰਿਵਾਰ ਨਹੀਂ, ਮੈਨੂੰ ਸਾਰੇ ਕੰਮ ਆਪ ਕਰਨੇ ਪੈਂਦੇ ਨੇ। ਇਸ ਲਈ ਮੈਨੂੰ ਵੀ ਇੱਕ ਠਾਕਰ ਦਿਓ, ਮੈਂ ਵੀ ਉਹਦੀ ਪੂਜਾ ਕਰਾਂਗਾ ਤਾਂ ਕਿ ਮੈਨੂੰ ਵੀ ਸਾਰੇ ਪਦਾਰਥ ਮਿਲ ਜਾਣ, ਸਾਰੇ ਕੰਮ ਸਫਲ ਹੋ ਜਾਣ। ਧੰਨਾ ਕਰਦਾ ਬੇਨਤੀ ਮੈਂ ਵੀ ਦੇ ਇੱਕ ਜੇ ਤੁਧ ਭਾਵੈ। ਡੀ ਤੂੰ ਚਾਹੁੰਦਾ ਏ, ਜੇ ਤੈਨੂੰ ਚੰਗਾ ਲੱਗਦਾ ਏ, ਮੇਰੀ ਬੇਨਤੀ ਸਵੀਕਾਰ ਕਰ ਤੇ ਮੈਨੂੰ ਵੀ ਇੱਕ ਠਾਕਰ ਦੇਣਾ ਕਰੋ। ਤੇ ਸਾਧ ਸੰਗਤ ਦੀ ਪੱਥਰ ਇੱਕ ਬਲੇਟ ਕੇ ਦੇ ਧੰਨੇ ਤਾਈਂ ਗੈਲ ਛੁਡਾਵੇ। ਪੰਡਤ ਜੀ ਸਾਧ ਸੰਗਤ ਦੀ ਨਦੀ ਵਿੱਚੋਂ ਇੱਕ ਭਾਰਾ ਸਾਰਾ ਪੱਥਰ ਲਿਆ ਕੇ ਕੱਪੜੇ ਵਿੱਚ ਲਪੇਟ ਕੇ ਧੰਨੇ ਨੂੰ ਦੇ ਦਿੰਦੇ ਨੇ, ਭਾਵ ਆਪਣਾ ਪਿੱਛਾ ਛਡਾਉਂਦੇ ਨੇ। ਤੇ ਵਿਧੀ ਦੱਸ ਦਿੰਦੇ ਨੇ ਜਿਵੇਂ ਆਪ ਪੂਜਾ ਕਰਦੇ ਨੇ। ਤੇ ਸਾਧ ਸੰਗਤ ਦੀ ਸਾਰੀ ਤਰ੍ਹਾਂ ਚੰਗੀ ਤਰ੍ਹਾਂ ਪੁੱਛ ਕੇ ਧੰਨਾ ਜੱਟ ਉਸ ਠਾਕਰ ਨੂੰ ਆਪਣੇ ਘਰ ਲੈ ਆਉਂਦਾ ਏ। ਸੁੰਦਰ ਵਸਤਰ ਵਿਛਾ ਕੇ ਠਾਕਰ ਨੌ ਨਵਾਲ ਕੇ ਸ਼ਰਧਾ ਭਾਵਨਾ ਦੇ ਨਾਲ ਆਪਣੇ ਵੱਲੋਂ ਪੂਰਨ ਤਰ੍ਹਾਂ ਸੁਚਮਤਾ ਰੱਖ ਕੇ ਲੰਗਰ ਪ੍ਰਸ਼ਾਦਾ, ਰੋਟੀ ਪ੍ਰਸਾਦ, ਲੱਸੀ ਤਿਆਰ ਕਰਦੇ ਨੇ। ਠਾਕਰ ਨੌ ਨਵਾਲ ਕੇ ਛਾਈ ਰੋਟੀ ਲੈ ਭੋਗ ਲਗਾਵੇ। ਪ੍ਰਸਾਦਾ, ਰੋਟੀ ਤਿਆਰ ਕੀਤੀ, ਲੱਸੀ ਤਿਆਰ ਕੀਤੀ, ਥਾਲ ਸਜਾ ਕੇ ਮੂਹਰੇ ਰੱਖ ਕੇ ਬੈਠ ਜਾਂਦੇ ਨੇ। ਸਤਿਗੁਰੂ ਧੰਨਾ ਦੀ ਸਾਧ ਸੰਗਤ ਦੀ ਹੱਥ ਜੋੜ ਬੇਨਤੀ ਕਰੇ ਪੈਰੀ ਪੈ ਪੈ ਬਹੁਤ ਮਨਾਵੇ। ਸਾਧ ਸੰਗਤ ਦੀ ਹੱਥ ਜੋੜ ਕੇ ਬੇਨਤੀ ਕਰਦੇ ਨੇ ਠਾਕੁਰ ਅੱਗੇ ਕਿ ਤੁਸੀਂ ਪੰਡਤ ਬ੍ਰਾਹਮਣ ਦੇ ਕੋਲ ਰੋਜ਼ਾਨਾ ਹੀ ਪ੍ਰਸਾਦ ਛਕਦੇ ਹੋ, ਅੱਜ ਮੇਰੇ ਹੱਥਾਂ ਦਾ ਬਣਿਆ ਰੁੱਖਾ ਮਿੱਸਾ ਪ੍ਰਸ਼ਾਦਾ ਤੇ ਲੱਸੀ ਤੁਸੀਂ ਛਕ ਕੇ ਭੋਗ ਲਗਾਓ। ਤੇ ਸਾਧ ਸੰਗਤ ਦੀ ਬੇਨਤੀਆਂ ਕਰਦਾ ਏ, ਜੋਦਨੀਆਂ ਕਰਦਾ ਏ। ਪਰ ਸਾਧ ਸੰਗਤ ਦੀ ਅਸੀਂ ਜਿਵੇਂ ਅੱਜ ਵਿਖਾਵਾ ਕਰਦੇ ਹਾਂ ਨਾ, ਵਿਸ਼ਵਾਸ ਵਰਲੇ ਬਿੱਲੇ ਹੋਇਆ ਕਰਦੇ ਨੇ। ਪੰਡਤ ਤੇ ਸਾਧ ਸੰਗਤ ਦੀ ਆਪਣੇ ਵਾਂਗ ਜਿਵੇਂ ਅੱਡ ਸਾਧ ਸੰਗਤ ਦੀ ਅਸੀਂ ਕੇਵਲ ਦਿਖਾਵਾ ਕਰਦੇ, ਉਹ ਤੇ ਕੇਵਲ ਸਾਹਮਣੇ ਰੱਖ ਕੇ ਅਰਦਾਸ ਕਰਕੇ ਭੋਗ ਲਵਾ ਕੇ ਪ੍ਰਸ਼ਾਦ ਛਕ ਲੈਂਦਾ ਸੀ। ਪਰ ਧੰਨੇ ਨੂੰ ਅਟੁੱਟ ਵਿਸ਼ਵਾਸ ਸੀ ਕਿ ਠਾਕੁਰ ਆਪ ਭੋਜਨ ਛਕਦੇ ਨੇ। ਧੰਨਾ ਕਰਦਾ ਜੋਦੜੀ ਪੈਰੀ ਪੈ ਪੈ ਮੌਤ ਮਨਾਵੇ। ਲੰਮਾ ਪੈ ਕੇ ਡੰਡੌਤਾ ਕਰਦਾ ਏ। ਮਨ ਦੀ ਅਵਸਥਾ ਹੋਈ ਹਉ ਪੀ ਮੋਨਾ ਜੋ ਠਾਲ ਸਾਂ
ਤੂੰ ਰੁੱਠਾ ਮੈਂ ਕਿਉਂ ਨਾ ਸੁਖਾਵੈ। ਐਡੀ ਭਗਵਾਨ ਤੂੰ ਮੇਰੇ ਨਾਲ ਰੁੱਸ ਗਿਆ ਏ ਤਾਂ ਮੈਂ ਵੀ ਮੂੰਹ ਜੂਠਾ ਨਹੀਂ ਕਰਨਾ ਜਿੰਨੀ ਦੇਰ ਤੁਸੀਂ ਆਪ ਪ੍ਰਸ਼ਾਦ ਨਹੀਂ ਛਕਦੇ, ਤੇ ਮੈਨੂੰ ਇਹ ਕਿਵੇਂ ਸੁੱਖ ਦਾ ਸਾਹ ਆ ਸਕਦਾ ਏ। ਤੁਸੀਂ ਬੈਠੇ ਹੋ ਰੁੱਸੇ ਹੋਵੇ ਤੇ ਮੈਂ ਪ੍ਰਸ਼ਾਦਾ ਛਕਾਂ, ਇਹ ਤੇ ਹੋ ਨਹੀਂ ਸਕਦਾ। ਇਸ ਲਈ ਹਉ ਪੀ ਮੂੰਹ ਨਾ ਜੁਠਾਲਸਾ, ਮੈਂ ਵੀ ਉਨੀ ਦੇਰ ਭੋਜਨ ਨਹੀਂ ਕਰਨਾ, ਮੂੰਹ ਜੂਠਾ ਨਹੀਂ ਕਰਨਾ ਜਿੰਨੀ ਦੇਰ ਭਗਵਾਨ ਪਰਮੇਸ਼ਰ ਤੁਸੀਂ ਆਪ ਪ੍ਰਸ਼ਾਦ ਨਹੀਂ ਛਕਦੇ। ਤੇ ਸਾਧ ਸੰਗਤ ਜੀ, ਗੋਸਾਈ ਪਰਤਖ ਹੋਏ, ਰੋਟੀ ਖਾਏ ਸ਼ਾਹੀ ਮੋਹ ਲਾਵੇ। ਪਰਮ ਪਿਤਾ ਪਰਮੇਸ਼ਰ ਸਾਧ ਸੰਗਤ ਜੀ ਹਿਰਦੇ ਦਾ ਅਟੁੱਟ ਵਿਸ਼ਵਾਸ ਦੇਖ ਕੇ ਸਤਿਗੁਰੂ ਧੰਨਾ ਜੀ ਦੇ ਸਾਹਮਣੇ ਪ੍ਰਗਟ ਹੋ ਜਾਂਦੇ ਨੇ, ਤੇ ਸਾਧ ਸੰਗਤ ਜੀ ਪ੍ਰਸ਼ਾਦਾ ਛਕਦੇ ਨੇ ਤੇ ਲੱਸੀ ਪੀਂਦੇ ਨੇ। ਗੋਸਾਈ ਪਰਤਖ ਹੋਏ, ਰੋਟੀ ਖਾਏ ਸ਼ਾਹੀ ਮੂੰਹ ਲਾਵੇ। ਭੋਲਾ ਭਾਇ ਗੋਬਿੰਦ ਮਲਾਵੈ। ਭੋਲੇ ਭਾਵ ਪਰਮ ਪਿਤਾ ਗੋਬਿੰਦ ਧਰਤੀ ਦੇ ਮਾਲਕ ਦਾ ਅੱਜ ਮਲਾਪ ਹੋ ਗਿਆ। ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬਚਨ ਨੇ, ਆਪਨ ਬਾਪੈ ਨਹੀਂ ਕਿਸੀ ਕੋ, ਪਾਵਨ ਕੋ ਹਰ ਰਾਜਾ। ਮੋਹ ਪਟਲ ਸਭ ਜਗਤ ਬਿਆਪਿਓ, ਭਗਤ ਨਹੀਂ ਸੰਤਾਪਾ। ਭਾਉ ਭਗਤ ਦਾ ਭੁੱਖਾ, ਪ੍ਰੀਤਮ ਮੇਰਾ ਪ੍ਰੀਤਮ ਮੇਰਾ। ਜੀ ਭਾਉ ਭਗਤ ਦਾ ਭੁੱਖਾ, ਪ੍ਰੀਤਮ ਮੇਰਾ ਪ੍ਰੀਤਮ ਮੇਰਾ। ਹੱਥ ਜੋੜ ਬੇਨਤੀ ਕਰੇ, ਪੈਰੀ ਪੈ ਪੈ ਬਹੁਤ ਮਨਾਵੈ। ਹਉ ਪੀ ਮੂੰਹ ਨਾ ਜੁਠਾਲ ਸਾਂ, ਤੂੰ ਰੁੱਠਾ ਮੈਂ ਕਿਉਂ ਨਾ ਸੁਖਾਵੈ। ਗੋਸਾਈ ਪਰਤਖ ਹੋਏ, ਰੋਟੀ ਖਾਏ ਚਾਹੇ ਮੂੰਹ ਲਾਵੇ। ਭੋਲਾ ਭਾਏ ਗੋਬਿੰਦ ਮਿਲਾਵੇ। ਭਾਉ ਭਗਤ ਦਾ ਭੁੱਖਾ, ਪ੍ਰੀਤਮ ਮੇਰਾ ਪ੍ਰੀਤਮ ਮੇਰਾ। ਭਾਉ ਭਗਤ ਦਾ ਭੁੱਖਾ, ਸਤਿਗੁਰ ਮੇਰਾ ਪ੍ਰੀਤਮ ਮੇਰਾ। ਇਸ ਲਈ ਸਾਧ ਸੰਗਤ ਜੀ, ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਸ਼ਰਧਾ ਭਾਵਨਾ ਪ੍ਰੇਮ ਦਾ ਭੁੱਖਾ ਏ। ਸਾਧ ਸੰਗਤ ਜੀ ਉਹ ਤੇ ਦੁਨੀਆ ਦੇ ਦਿਖਾਵੇ ਦਾ ਨਹੀਂ ਭੁੱਖਾ। ਤੇ ਸਾਧ ਸੰਗਤ ਜੀ ਉੱਥੇ ਤੇ ਸਾਧ ਸੰਗਤ ਜੀ ਕੇਵਲ ਪ੍ਰੇਮਾ ਭਗਤੀ ਪ੍ਰਵਾਨ ਹੈ। ਤੇ ਅੱਜ ਸਾਹਮਣੇ ਰੱਬ ਪ੍ਰਗਟ ਹੋ ਗਿਆ ਏ। ਤੇ ਸਾਧ ਸੰਗਤ ਜੀ ਹੁਣ ਧੰਨਾ ਬੇਨਤੀ ਕਰਦਾ ਏ, ਪਰਮੇਸ਼ਰ ਤੁਸੀਂ ਆਏ ਹੋ, ਬੜੀ ਕਿਰਪਾ ਕੀਤੀ ਏ। ਮੈਂ ਤੁਹਾਡੇ ਦਰ ਦਾ ਮੰਗਤਾ, ਤੁਹਾਡੇ ਦਰ ਤੇ ਖਲੋਤਾ। ਤੇ ਪਾਤਸ਼ਾਹ ਅੱਜ ਤੁਸੀਂ ਵੀ ਇਕਾਂਤ ਵਿੱਚ ਮਿਲੇ ਹੋ, ਤੇ ਮੈਂ ਵੀ ਇਕੱਲਾ ਤੁਹਾਡੇ ਸਾਹਮਣੇ ਤੁਹਾਡੇ ਚਰਨਾਂ ਵਿੱਚ ਮੰਗਤਾ ਖੜਾ। ਤੇ ਮੇਰੀ ਇੱਕ ਬੇਨਤੀ ਆ। ਤੇ ਸਾਧ ਸੰਗਤ ਜੀ ਸਤਿਗੁਰੂ ਧੰਨਾ ਜੀ ਬੇਨਤੀ ਕਰਦੇ ਨੇ ਪ੍ਰਤੱਖ ਭਗਵਾਨ ਦੇ ਚਰਨਾਂ ਵਿੱਚ, ਗੋਪਾਲ ਤੇਰਾ ਆਰਤਾ। ਇਹ ਧਰਤੀ ਦੇ ਪਾਲਣਹਾਰ, ਸ੍ਰਿਸ਼ਟੀ ਦੇ ਪਾਲਣਹਾਰ ਪਰਮੇਸ਼ਰ, ਮੈਂ ਤੁਹਾਡੇ ਦਰ ਤੇ ਮੰਗਤਾ ਖਲੋਤਾ ਹਾਂ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੇ ਭਗਤ ਕਰਾਂਤੇ, ਤਿਨਕੇ ਕਾਜ ਸਵਾਰਤਾ। ਮੈਂ ਸੁਣਿਆ ਏ ਜਿਹੜੇ ਵੀ ਤੇਰੀ ਭਗਤੀ ਕਰਦੇ ਆ, ਬੰਦਗੀ ਕਰਦੇ ਆ, ਸਿਮਰਨ ਕਰਦੇ, ਤੂੰ ਉਹਨਾਂ ਦੇ ਸਾਰੇ ਕੰਮ ਸਵਾਰ ਦਿੰਦਾ ਹੈ। ਇਸ ਲਈ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਾਂਤੇ, ਤਿਨਕੇ ਕਾਜ ਸਵਾਰਤਾ। ਦਾਲ ਸੀਦਾ ਮੰਗੋ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪਰਮੇਸ਼ਰ ਜੀ ਤੂੰ ਚਾਹੁੰਦਾ ਮੈਂ ਸਦਾ ਖੁਸ਼ੀਆਂ ਮਾਣਾ, ਸਦਾ ਹੀ ਤੇਰੇ ਚਰਨਾਂ ਵਿੱਚ ਖੁਸ਼ ਹੋ ਕੇ ਤੇਰੀ ਬੰਦਗੀ ਕਰਾਂ, ਤੈਨੂੰ ਧਿਆਉਂਦਾ ਰਵਾਂ। ਤੇ ਕਿਰਪਾ ਕਰ, ਘਰ ਦੇ ਵਿੱਚ ਨਾ ਦਾਲ ਆ ਤੇ ਨਾ ਆਟਾ ਆ। ਕਿਰਪਾ ਕਰ, ਇਹ ਵਸਤੂਆਂ ਤੂੰ ਕਿਰਪਾ ਕਰ, ਮੇਰੀ ਮੰਗ ਆ ਕਦੇ ਘਰ ਵਿੱਚ ਮੁੱਕਣੀਆਂ ਨਹੀਂ ਚਾਹੀਦੀਆਂ। ਕਿਉਂਕਿ ਮੈਂ ਤੇਰੀ ਪਿਆਰਿਆਂ ਦੀ ਰਸਨਾ ਤੋਂ ਸੁਣਿਆ ਹੀ, ਸਤਿਗੁਰੂ ਕਬੀਰ ਜੀ ਜਿਨ੍ਹਾਂ ਨੂੰ ਤੁਸੀਂ ਪ੍ਰਤੱਖ ਦਰਸ਼ਨ ਦਿੱਤੇ ਨੇ, ਉਹਨਾਂ ਦੀ ਬਚਨਨ ਭੁੱਖੀ ਭਗਤ ਨਾ ਕੀਦੀ, ਦੇ ਮਾਲਾ ਆਪਣੀ ਲੀਦੀ। ਹੁਣ ਮੇਰੇ ਘਰ ਤੇ ਦਾਲ ਵੀ ਨਹੀਂ, ਆਟਾ ਨਹੀਂ, ਇਸ ਲਈ ਮੇਰਾ ਮਨ ਤਾਂ ਖੁਸ਼ ਆ ਜੀ ਸਾਰੀਆਂ ਵਸਤੂਆਂ ਘਰ ਵਿੱਚ ਹੋਣੀਆਂ ਚਾਹੀਦੀਆਂ। ਦਾਲ ਸੀਦਾ ਮੰਗੋ ਕੀਓ, ਹਮਰਾ ਖੁਸ਼ੀ ਕਰੇ ਨਿਦੀਓ। ਪਨੀਆਂ ਛਾਦਨ ਨੀਕਾ, ਸੋਹਣਾ ਜੋੜਾ ਵੀ ਚਾਹੀਦਾ ਏ ਤੇ ਬਸਤਰ ਵੀ ਸੋਹਣੇ ਚਾਹੀਦੇ ਨੇ। ਪਨੀਆਂ ਛਾਦਨ ਨੀਕਾ, ਅਨਾਜ ਮੰਗੋ ਸਤ ਸੇਕਾ। ਇੱਕ ਬੇਨਤੀ ਆ ਪਰਮੇਸ਼ਰ, ਜਿਹੜਾ ਅੰਨ, ਆਟਾ, ਦਾਲ
ਘਿਓ ਬਖਸ਼ਣਾ ਹੈ ਨਾ, ਇਹ ਸਾਰਾ ਸੱਚ ਦਾ ਹੋਵੇ, ਬਰਕਤ ਵਾਲਾ ਹੋਵੇ, ਕਿਤੇ ਬੇਈਮਾਨੀ ਕਰਕੇ ਨਾ ਪ੍ਰਾਪਤ ਹੋਵੇ। ਅਨਾਜ ਮੰਗੋ ਸਤ ਸੇਕਾ, ਗਊ ਭੈਂਸ ਮੰਗਾਉ ਲਾਵੀਰੀ, ਇੱਕ ਤਾਜਨ ਤੁਰੇ ਚੰਗੇਰੀ। ਇੱਕ ਲਵੇਰੀ ਗਾਂ ਵੀ ਚਾਹੀਦੀ ਆ, ਇੱਕ ਦੁੱਧ ਦੇਣ ਵਾਲੀ ਮੱਝ ਵੀ ਚਾਹੀਦੀ ਆ। ਇੱਕ ਤਾਜਨ ਤੁਰੇ ਚੰਗੇਰੀ, ਸਾਹਿਬ ਕਹਿੰਦੇ ਨੇ ਗਊ ਭੈਂਸ ਮੰਗਾਉ ਲਾਵੇਰੀ, ਇੱਕ ਤਾਜਨ ਤੁਰੇ ਚੰਗੇਰੀ। ਤੇ ਕਿਤੇ ਵਾਂਢੇ ਜਾਣਾ ਪੈਂਦਾ, ਪਾਤਸ਼ਾਹ ਇੱਕ ਸੋਹਣੀ ਸੁੰਦਰ ਘੋੜੀ ਵੀ ਚਾਹੀਦੀ ਆ। ਤੇ ਪਰਮੇਸ਼ਰ ਪਨੀਆਂ ਚਾਦਨ ਨੀਕਾ, ਅਨਾਜ ਮੰਗੋ ਸਾ ਸੀਕਾ, ਗਊ ਭੈਂਸ ਮੰਗਾਉ ਲਾਵੇਰੀ, ਇੱਕ ਤਾਜਨ ਤੁਰੇ ਚੰਗੇਰੇ। ਘਰ ਕੀ ਗੀਹਨ ਚੰਗੇ, ਜਨ ਧਨਾ ਲੀਵੈ ਮੰਗੀ, ਦੀ ਗੋਪਾਲ ਤੇਰਾ ਆਰਤਾ। ਜੋ ਜਨ ਤੁਮਰੇ ਭਗਤ ਕਰਾਂਤੇ, ਤਿਨਕੇ ਕਾਜ ਸਵਾਰਤਾ। ਪਰਮੇਸ਼ਰ ਮੈਂ ਸੁਣਿਆ ਜਿਹੜੇ ਤੇਰੀ ਬੰਦਗੀ ਕਰਦੇ ਆ, ਭਗਤੀ ਕਰਦੇ, ਉਹਨਾਂ ਦੇ ਸਾਰੇ ਕੰਮ ਸਵਾਰ ਦਿੰਦਾ। ਇਸ ਲਈ ਪਰਮੇਸ਼ਰ ਦਾਲ ਵੀ ਚਾਹੀਦਾ ਏ, ਆਟਾ ਵੀ ਚਾਹੀਦਾ, ਘਿਓ ਵੀ ਚਾਹੀਦਾ ਏ, ਤਾਂ ਮੇਰਾ ਮਨ ਖੁਸ਼ ਆ। ਤੇ ਸੋਹਣੇ ਵਸਤਰ ਵੀ ਚਾਹੀਦੇ ਆ, ਤੇ ਸੋਹਣਾ ਜੋੜਾ ਵੀ ਚਾਹੀਦਾ, ਸੋਹਣੀ ਜੁੱਤੀ ਵੀ ਚਾਹੀਦੀ ਹੈ। ਅਨਾਜ ਮੰਗੋ ਸਤ ਸੀਕਾ, ਬਰਕਤ ਵਾਲਾ ਅਨਾਜ, ਉਹ ਅਨਾਜ, ਉਹ ਅੰਜਲ ਜਿਹਨੂੰ ਕਰਕੇ ਪਰਮੇਸ਼ਰ ਤੂੰ ਚੇਤਾਵੇਂ, ਤੇਰੇ ਚਰਨਾਂ ਵਿੱਚ ਲਿਵ ਲੱਗੀ ਰਹੇ। ਸੱਤ ਦਾ ਸੱਚ ਦਾ ਭੋਜਨ ਚਾਹੀਦਾ ਹੈ। ਅਨਾਜ ਮੰਗੋ ਸਤ ਸੀਕਾ, ਗਊ ਭੈਂਸ ਮੰਗੋ ਲਵੇਰੀ, ਇੱਕ ਲਵੇਰੀ ਗਾਂ ਤੇ ਇੱਕ ਮੱਝ ਵੀ ਚਾਹੀਦੀ ਹੈ। ਵਾਂਢੇ ਜਾਣ ਵਾਸਤੇ ਸੋਹਣੀ ਘੋੜੀ ਵੀ ਚਾਹੀਦੀ ਹੈ। ਤੇ ਸਾਰਾ ਘਰ ਸੰਭਾਲਣ ਨੂੰ ਇੱਕ ਪਰਮੇਸ਼ਰ ਕਿਰਪਾ ਕਰ ਘਰ ਵਾਲੀ ਪਤਨੀ ਵਹੁਟੀ ਵੀ ਚਾਹੀਦੀ। ਘਰ ਕੀ ਗੀਹਨ ਚੰਗੀ, ਜਿਹੜੀ ਘਰ ਨੂੰ ਸੰਭਾਲੇ, ਸਮਝਦਾਰ ਚਾਹੀਦੀ ਆ। ਇਹ ਨਾ ਹੋਵੇ ਲੜਾਕੀ ਹੋਵੇ ਤੇ ਮੇਰੇ ਆਉਂਦਿਆਂ ਹੀ ਘਰ ਦੇ ਭਾਂਡੇ ਖੜਕਦੇ ਹੋਣ। ਉਹ ਵੀ ਚੰਗੀ ਸੁਰਤ ਵਾਲੀ, ਤੇਰੇ ਚਰਨਾਂ ਦੀ ਬੰਦਗੀ ਵਾਲੀ ਚਾਹੀਦੀ ਹੈ, ਸਤ ਸੰਤੋਖ ਵਾਲੀ ਚਾਹੀਦੀ ਹੈ। ਪਰਮੇਸ਼ਰ ਘਰ ਕੀ ਗੀਹਨ ਚੰਗੀ, ਸਮਝਦਾਰ, ਅਕਲਮੰਦ ਚਾਹੀਦੀ ਹੈ। ਪਰਮੇਸ਼ਰ ਜਿਹਦੀ ਪ੍ਰੇਮ ਸਦਕਾ ਮੇਰਾ ਮਨ ਤੇਰੇ ਚਰਨਾਂ ਵਿੱਚ ਜੁੜਿਆ ਰਹੇ। ਜਨ ਧੰਨਾ ਲਈ ਸੇਵਕ ਗੋਲਾ, ਤੁਹਾਡੇ ਚਰਨਾਂ ਦਾ ਗੁਲਾਮ, ਇਹ ਮੰਗ ਰੱਖਦਾ। ਪਰਮੇਸ਼ਰ ਕਿਰਪਾ ਕਰਕੇ ਕਿਰਪਾ ਕਰ। ਤੇ ਸਾਸੰਗ ਦੀ ਇਤਿਹਾਸ ਸਾਖੀ, ਸਾਸੰਗ ਦੀ ਅੱਜ ਜਾਈਏ ਨਾ ਪਿੰਡ ਧੁਆਣ ਦੀ, ਰਾਜਸਥਾਨ ਦੀ ਧਰਤੀ 'ਤੇ ਮਹਾਂਪੁਰਸ਼ਾਂ ਕੋਲੋਂ ਬਚਨ ਸੁਣੇ ਨੇ ਕਿ ਇਤਿਹਾਸ ਦੇ ਵਿੱਚ ਮਿਲਦਾ ਹੈ ਕਿ ਕਰੀਬ 650 ਕਮਾ ਜ਼ਮੀਨ, ਜਿਹਦੇ ਸਾਸੰਗ ਦੀ 6 ਸਾਂਢੀਦਾਰ ਨੇ, ਤੇ ਸਾਸੰਗ ਦੀ ਮਿਹਨਤ ਕਰਦੇ ਨੇ। ਤੇ ਇੱਕ ਦਿਨ ਕੀ ਹੋਇਆ, ਸਾਧ ਸੰਗਤ ਦੀ ਫਸਲ ਬੀਜਣ ਵਾਸਤੇ ਅਨਾਜ ਗੱਡੀ 'ਤੇ ਲੱਦਿਆ ਜਾ ਰਹੇ ਨੇ। ਧੰਨੇ ਧੰਨ ਪਾਇਆ ਧਰਣੀ ਧਰ, ਮਿਲ ਜਨ ਸੰਤ ਸਮਾਨਿਆ। ਜਦੋਂ ਜਾਂਦੇ ਨੇ ਰਸਤੇ ਅੰਦਰ ਸੰਤਾਂ ਦੀ ਮੰਡਲੀ ਮਿਲ ਗਈ। ਤੇ ਸਾਧ ਸੰਗਤ ਦੀ ਸੰਤ ਪੁਰਸ਼ ਕਹਿੰਦੇ ਨੇ ਵੀ ਪੁਰਖਾ, ਅਸੀਂ ਤਾਂ ਇੱਕ ਜੱਗ ਕਰਨਾ ਚਾਹੁੰਦੇ ਹਾਂ, ਤੂੰ ਬੜਾ ਭਲਾ ਜੱਟ ਆ, ਤੇਰੀ ਮਹਿਮਾ ਬੜੀ ਸੁਣੀ ਆ, ਤੇ ਸਾਨੂੰ ਅਨਾਜ ਚਾਹੀਦਾ ਹੈ। ਤੇ ਸਾਧ ਸੰਗਤ ਦੀ ਪਰਮੇਸ਼ਰ ਦੀ ਬਖਸ਼ ਸੀ, ਰੱਬ ਦੇ ਪਿਆਰੇ ਜਾਣ ਕੇ ਸਾਧ ਸੰਗਤ ਦੀ ਜਿਹੜਾ ਸਾਰਾ ਬੀਜ ਸੀ ਨਾ, ਤੇ ਉਹਨਾਂ ਮਹਾਂਪੁਰਸ਼ਾਂ ਨੂੰ ਦੇ ਦਿੱਤਾ। ਤੇ ਸਾਧ ਸੰਗਤ ਦੀ ਜਿਹੜੇ ਸਾਂਝੀਦਾਰ ਸੀ ਮੇਰੇ ਵਰਗੇ, ਕਹਿੰਦੇ ਜਿਸ ਜੱਟ ਨੇ ਆਪਣਾ ਬੀਜ ਸਾਧੂਆਂ ਨੂੰ ਦੇ ਦਿੱਤਾ, ਹੁਣ ਬੀਜੇਗਾ ਕੀ ਤੇ ਵੱਢੇਗਾ ਕੀ। ਸਾਧ ਸੰਗਤ ਦੀ 4 ਜਿਹੜੇ ਸਾਂਝੀਦਾਰ ਸੀ ਛੱਡ ਕੇ ਚਲੇ ਗਏ, ਕਿਉਂਕਿ ਸਾਡਾ ਵਿਸ਼ਵਾਸ ਉਨਾ ਕੁ ਹੁੰਦਾ ਹੈ। ਜਦੋਂ ਚਲੇ ਗਿਆ 2 ਸਾਂਝੀਦਾਰ ਰਹਿ ਗਏ। ਇਤਿਹਾਸ ਸਾਖੀ ਮਿਲਦੀ ਹੈ ਕਿ ਧੰਨੇ ਜੱਟ ਨੇ ਜਾ ਕੇ ਹਲ ਜੋੜਿਆ। ਸਾਧ ਸੰਗਤ ਦੀ ਦੋਵੇਂ ਸਾਂਝੀਦਾਰ ਉਹਨਾਂ ਨੂੰ ਕਹਿੰਦਾ ਤੁਸੀਂ ਹਲ ਬਾਹੋ ਵਾਰੀ ਵਾਰੀ, ਤੇ ਮੈਂ ਬੀਜ ਬੀਜਦਾ। ਤੇ ਧੰਨੇ ਜੱਟ ਨੇ ਪਰਮੇਸ਼ਰ ਦੇ ਚਰਨਾਂ 'ਚ ਕੀਤੀ ਅਰਦਾਸ। ਤੇ ਸਾਧ ਸੰਗਤ ਜੀ ਕਹਿੰਦੇ ਜ਼ਮੀਨ ਦੇ ਵਿੱਚ ਹੱਥ ਮਾਰ ਕੇ ਜੋ ਵੀ ਹੱਥ ਆਇਆ, ਰੋੜ ਵੀ ਇਕੱਠੇ ਕੀਤੇ, ਝੋਲੀ ਵਿੱਚ ਪਾ ਲਏ, ਇੱਕ 2 ਸਿਆੜ ਸਾਰੀ ਜ਼ਮੀਨ ਦੇ ਵਿੱਚ ਕੱਢ ਦਿੱਤੇ ਤੇ ਛੱਟਾ ਦੇ ਗਿਆ। ਪਰਮੇਸ਼ਰ ਦੇ ਚਰਨਾਂ ਦੀ ਬੰਦਗੀ ਕਰੀ ਗਿਆ, ਸਤਨਾਮ ਵਾਹਿਗੁਰੂ ਦਾ ਜਾਪ ਕਰੀ ਗਿਆ। ਸਾਧ ਸੰਗਤ ਜੀ ਜੋ ਬੀਜੈ ਸੋ ਖਾ ਬਣਾ। ਤੇ ਇਤਿਹਾਸ ਦੇ ਵਿੱਚ ਸਾਖੀ ਮਿਲਦੀ ਹੈ ਕਿ ਜਦੋਂ ਸਮਾਂ ਆਇਆ ਨਾ, ਹਦਵਾਣੀਆਂ ਦੀਆਂ ਵੇਲਾਂ ਇੰਨੇ ਕੁ ਹਦਵਾਣੇ ਹੋਏ। ਸਾਧ ਸਿੰਘ ਜੀ ਅੱਜ ਆਪਾਂ ਦੇ ਰਾਜਸਥਾਨ ਤੋਂ ਸਭ ਤੋਂ ਪਹਿਲਾਂ ਹੀ ਹਦਵਾਣੇ ਆ ਜਾਂਦੇ।
ट्रकां दी ट्रक भरे गए ते साध संगत दी बड़ी फसल होई। ਜਿਹੜੇ ਸਾਂਝੀਦਾਰ ਸੀ ना ਜਦੋਂ फसल पूरी चुक ਲਈ ਹਦਵਾਣੀਆਂ ਦੀ ਤੇ ਜਦੋਂ ਉਹ ਜਾਣ ਲੱਗੀ ना फसल ਦੀ सारी फसल ਸੋਧ ਕੇ ਤੇ ਧੰਨੇ ਜੱਟ ਨੇ परमेश्वर ਦੇ ਚਰਨਾਂ ਵਿੱਚ गोसाई प्रतख ਹੋਏ। ਜਿਹੜਾ गोसाई प्रतख ਹੋ ਕੇ ਦਰਸ਼ਨ ਦਿੰਦਾ ਸੀ ना अरदास ਕੀਤੇ ਤੇ ਇੱਕ ਇੱਕ ਹਦਵਾਣਾ ਦੋਹਾਂ ਨੂੰ प्रसाद वजों दिता ते आख्या ये जिहड़ा प्रसाद है ना सतगुर का प्रसाद आ, गोसाई का प्रसाद है। ये अपने परिवार में जाके ना घरे बच्चों में जाके प्रसाद भोग लवा के छकाउणा है। रोजाना देखदी धन्ने जट नूं किवें परमेश्वर के चरणों में भोग लवाउंदा है। ते साध संगत दी अड दोवें जदों साझीदार गए ने ते की देखते हैं साध संगत जदों हदवाणे कट्टे उन्हां हदवाणिਆਂ विचों फिर बी नहीं निकले। इतिहास कहता है कि हीरे निकले ने गढ़ के आखू सतनाम श्री। उसे ने मोरे गुरदेव कहता है कहते ने भरमत फिर तिबो जन्म बिलाने। अज दे शब्द के अंदर साहब सतगुरु धन्ना जी वचन करते हैं भरमत फिर तिबो जन्म बिलाने धन मन धन नहीं तीरे। बड़े जन्म लंघ गए सन परमेश्वर भरमदियां नूं, तन मन धन नहीं हीरे। ये मन धन ते परमेश्वर पदार्थां दे नाल रजिया नहीं। बड़े जन्म तैं बख्शे पर तेरी भगती तो हीणे इस धरती तो जाते रहे। भरमत जन्म बहुत जन्म बिलाने तन मन धन नहीं तीरे। धीरज नहीं सी, सबर नहीं सी, इसलिए जमन मन का चक्कर चलता रहा। लालच बिक काम लुभ दराते प्रभ विसरे मन विसरे प्रभ हीरे रहा। परमेश्वर तेरा नाम रूपी हीरा जिहड़ा वो भुल गया सी, वो विसर गया ही, तेनों विसर गए। हीरियां वर्गे शुद्ध तेरा सिमरन करना भुल गए। इसलिए विषयां विच काम विच लुभाए मन होके पता नहीं किन्ने कुछ जन्म परमेश्वर भरमदे रहे हैं। ते अड परमेश्वर बिख फल मीठ लगे अचार विचार न जानिया। विषयां विच लग के कोई भला भुला चंगा भला पछाण नहीं कीती। पता नहीं किन्ने के जन्म परमेश्वर ते तो विछड़े रहे। ते अड गुणी गुणी प्रीत बड़े तित लागे। अज परमेश्वर तैं कृपा कीती, तेरे चरणों की प्रीत बनी। जन्म मरण फिर तानिया। अज पता लग्या है, तेरी कृपा हुई, समझ आई है कि ये जन्मां दा चक्कर किवें कट्टिया जाना है। ते परमेश्वर प्रेम भगत मानी, प्रेम भगत मानी प्रभु जानिया। तृप्त पाए मन मुक्त पाए। परमेश्वर अड प्रेमा भगती तेरी मेहर सदका प्राप्त हुई। प्रेम भगत जानी प्रभ मानिया। परमेश्वर तेरे चरणों में मन मन गया है। जो पानी दे नाल पानी मिल जाता है, इउं मन परमेश्वर तेरे चरणों नाल अभेद हो गया है। मुक्त भाई प्रभ जानिया। अज परमेश्वर तू मुक्ति कीती, दर्शन दीदार दिते ने, निहाल कीता है। जोत समाए जोत समानी जाके अछली प्रभ पहचानिया। अज परमेश्वर सतगुरां दी मेहर होई है ते ज्योति नाल जोत मिली है। अछली वो परमेश्वर परम पिता परमेश्वर जिहड़ा किसे तो छलिया नहीं जाता, जिहड़ा किसी दी छेती करके वस नहीं हुंदा, वो परमेश्वर परमात्मा तू आप कृपा करके दीदार दे के निहाल कीता। अछली प्रभ पहचानिया। परमेश्वर तुहाडा मिलाप होया है, तुहाडी प्राप्ति हुई है। ते सासन जी बचन कह दिता धन धन पाया धरणी तर। धरती का मालक, धन का मालक परम पिता परमेश्वर प्राप्त हो गया है। मिल जन संत समानिया। ये कृपा साधुआं दी सतगुरां दी हुई है। ते साध संगत जी ये है अटुट विश्वास, पूर्ण भरोसा
ਤੇ ਸਾਧ ਸੰਗਤ ਜੀ ਐਸੇ ਹੀ ਬਚਨ ਇੱਕ ਸਿੱਧਾ ਸਾਦਾ ਜੱਟ ਕਦੇ ਸੋਚਿਆ ਜਾ ਸਕਦਾ ਹੈ, ਪਰ ਜਦੋਂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਤੇ ਸਾਧ ਸੰਗਤ ਦੀ ਇੱਕ ਸਾਖੀ ਆਉਂਦੀ ਹੈ ਕਿ ਹਜ਼ਰਤ ਮੂਸਾ ਜੀ ਸਾਧ ਸੰਗਤ ਜੀ ਅਕਸਰ ਪਰਮ ਪਿਤਾ ਪਰਮੇਸ਼ਰ ਭਗਵਾਨ ਦੇ ਨਾਲ ਮਿਲਾਪ ਕਰਦੇ ਨੇ। ਥੋੜ੍ਹੇ ਥੋੜ੍ਹੇ ਸਮੇਂ ਬਾਅਦ ਪਰਮੇਸ਼ਰ ਦੇ ਨਾਲ ਜਾ ਕੇ ਮਿਲਦੇ ਨੇ, ਵਿਚਾਰਾਂ ਸਾਂਝੀਆਂ ਕਰਦੇ ਨੇ ਤੇ ਸਾਧ ਸੰਗਤ ਜੀ ਰੱਬੀ ਬੰਦਗੀ ਵਾਲੇ ਜੀਵ ਜਾਣਦੇ ਨੇ। ਤੇ ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿ ਹਜ਼ਰਤ ਮੂਸਾ ਦੇ ਦੋ ਪ੍ਰੇਮੀ ਮਿੱਤਰ, ਇੱਕ ਬੰਦਗੀ ਵਾਲਾ ਹੈ, ਪੂਜਾ ਪਾਠ ਵਾਲਾ ਹੈ, ਤੇ ਇੱਕ ਸ਼ਬਾਬੀ ਕਬਾਬੀ। ਤੇ ਸਾਧ ਸੰਗਤ ਉਹ ਇੱਕ ਦਿਨ ਹਜ਼ਰਤ ਮੂਸਾ ਦੀ ਚਰਨਾਂ ਵਿੱਚ ਬੇਨਤੀ ਕਰਦੇ ਆ ਕਿ ਮੂਸਾ ਜੀ ਤੁਸੀਂ ਪਰਮੇਸ਼ਰ ਦੇ ਨਾਲ ਮਿਲਾਪ ਰੱਖਦੇ ਹੋ ਤੇ ਕਿਰਪਾ ਕਰੋ ਜਦੋਂ ਹੁਣ ਪਰਮੇਸ਼ਰ ਦਾ ਤੁਹਾਡਾ ਮਿਲਾਪ ਹੋਵੇ ਨਾ, ਜਦੋਂ ਜਾਓ ਤੇ ਸਾਡੇ ਬਾਰੇ ਕੁਝ ਬਚਨ ਕਰਕੇ ਆਉਣਾ, ਕੁਝ ਪੁੱਛ ਕੇ ਆਉਣਾ। ਕਹਿੰਦੇ ਕੀ ਪੁੱਛਣਾ ਹੈ? ਕਹਿੰਦੇ ਪੁੱਛ ਕੇ ਆਉਣਾ ਜਿਹੜਾ ਸ਼ਰਾਬੀ ਕਬਾਬੀ ਸੀ ਉਹ ਕਹਿੰਦਾ ਪੁੱਛਣਾ ਭਈ ਮੇਰਾ ਕੀ ਬਣੇਗਾ। ਉੱਦਾਂ ਤਾਂ ਮੈਨੂੰ ਵਿਸ਼ਵਾਸ ਹੀ ਕਿ ਮੈਂ ਨਰਕਾਂ ਵਿੱਚ ਜਾਣਾ ਹੈ, ਕਿਉਂਕਿ ਮੈਂ ਕੋਈ ਚੰਗਾ ਕਰਮ ਕਰਦਾ ਨਹੀਂ ਤੇ ਸ਼ਬਾਬ ਕਬਾਬ ਵਿੱਚ ਰਹਿੰਦਾ, ਪਰ ਫਿਰ ਵੀ ਤੁਸੀਂ ਭਗਵਾਨ ਕੋਲੋਂ ਪੁੱਛ ਕੇ ਆਉਣਾ। ਜਿਹੜਾ ਬੰਦਗੀ ਕਰਦਾ ਸੀ, ਸਿਮਰਨ ਕਰਦਾ ਸੀ, ਪੂਜਾ ਪਾਠ ਕਰਦਾ ਸੀ, ਉਹ ਕਹਿੰਦਾ ਮੇਰੇ ਵਰਗੇ ਵੀ ਪੁੱਛ ਕੇ ਆਉਣਾ। ਵੈਸੇ ਤਾਂ ਮੈਨੂੰ ਵਿਸ਼ਵਾਸ ਹੈ ਕਿ ਮੈਨੂੰ ਪਰਮੇਸ਼ਰ ਸਵਰਗਾਂ ਵਿੱਚ ਲਿਜਾਵੇਗਾ, ਪਰ ਫਿਰ ਵੀ ਤੁਸੀਂ ਜ਼ਰੂਰ ਪੁੱਛ ਕੇ ਆਉਣਾ ਹੈ। ਤੇ ਸਾਧ ਸੰਗਤ ਸਾਖੀ ਮਿਲਦੀ, ਕਹਿੰਦੇ ਹਜ਼ਰਤ ਮੂਸਾ ਜੀ ਪਰਮੇਸ਼ਰ ਦੇ ਚਰਨਾਂ ਵਿੱਚ ਜਦੋਂ ਗਏ ਨਾ, ਵਿਚਾਰ ਕਰਦੇ ਨੇ ਤੇ ਅੱਡ ਭਗਵਾਨ ਦੇ ਨਾਲ ਪਰਮੇਸ਼ਰ ਨਾਲ ਬਚਨ ਕਰਦੇ ਨੇ, ਪਰਮੇਸ਼ਰ ਮੇਰੇ ਦੋ ਮਿੱਤਰ ਆ, ਇੱਕ ਸ਼ਰਾਬੀ ਆ, ਕਬਾਬੀ ਆ, ਤੇ ਇੱਕ ਪੂਜਾ ਪਾਠ ਵਾਲਾ ਏ। ਦੋਵਾਂ ਦੀ ਤੁਹਾਡੇ ਚਰਨਾਂ ਵਿੱਚ ਬੇਨਤੀ ਆ, ਕਿਰਪਾ ਕਰੋ ਕਿ ਇੱਕ ਜਿਹੜਾ ਸ਼ਰਾਬੀ ਆ, ਕਬਾਬੀ ਆ, ਉਹਨੂੰ ਵੀ ਕੁਝ ਕੋ ਬਚਨ ਆਖੋ ਕਿ ਉਹਨੂੰ ਕੀ ਫਲ ਪ੍ਰਾਪਤ ਹੋਵੇਗਾ, ਤੇ ਜਿਹੜਾ ਪੂਜਾ ਪਾਠ ਕਰਦਾ ਏ ਉਹਨੂੰ ਕੀ ਫਲ ਪ੍ਰਾਪਤ ਹੋਵੇਗਾ। ਤੇ ਹਜ਼ਰਤ ਮੂਸਾ ਜੀ ਕਹਿੰਦੇ ਜਦੋਂ ਮੈਂ ਭਗਵਾਨ ਨੂੰ ਪੁੱਛਿਆ ਕਿ ਜਿਹੜਾ ਤੁਹਾਡਾ ਪੂਜਾ ਪਾਠ ਕਰਦਾ ਏ, ਤੁਹਾਡੇ ਚਰਨਾਂ ਦੇ ਵਿੱਚ ਸਿਮਰਨ ਕਰਦਾ ਏ, ਉਹਨੂੰ ਕੀ ਫਲ ਮਿਲੇਗਾ, ਤੇ ਕਹਿੰਦੇ ਭਗਵਾਨ ਚੁੱਪ ਕਰ ਗਏ, ਕੁਝ ਨਹੀਂ ਬੋਲੇ। ਤੇ ਜਦੋਂ ਮੈਂ ਆਖਿਆ ਜਿਹੜਾ ਸ਼ਰਾਬੀ ਆ, ਕਬਾਬੀ ਆ, ਉਹਨੂੰ ਕੀ ਫਲ ਮਿਲੇਗਾ, ਕਹਿੰਦੇ ਭਗਵਾਨ ਬੋਲ ਪਏ। ਤੇ ਭਗਵਾਨ ਬੋਲੇ, ਕਹਿੰਦੀ ਹਜ਼ਰਤ ਮੂਸਾ, ਕਹਿੰਦੀ ਇੱਕ ਦਿਨ ਮੈਂ ਸਹਿਜ ਸੁਭਾਅ ਬੈਠਾ ਸੀ, ਮੇਰੇ ਸਾਹਮਣੇ ਇੱਕ ਊਠ ਆਇਆ ਜਿਹੜਾ ਬਹੁਤ ਭਾਰੀ ਸਮਾਨ ਦੇ ਨਾਲ ਲੱਦਿਆ ਹੋਇਆ ਆ, ਪਰ ਫਿਰ ਵੀ ਉਹ ਸ਼ਰਾਰਤਾਂ ਕਰੀ ਜਾ ਰਿਹਾ, ਮਚਲ ਰਿਹਾ ਏ, ਮਸਤ ਹੋ ਰਿਹਾ ਏ। ਮੇਰਾ ਮਨ ਆਇਆ ਤੇ ਕਹਿੰਦੇ ਮੈਂ ਉਹਨੂੰ ਸੂਈ ਦੇ ਨੱਕੇ ਵਿੱਚੋਂ ਲੱਦੇ ਲਦਾਏ ਊਠ ਨੂੰ ਨਗਾ ਦਿੱਤਾ। ਜਦੋਂ ਇੰਨੀ ਗੱਲ ਆਖੀ ਨਾ ਤੇ ਸਾਧ ਸੰਗਤ ਜੀ ਉਸ ਤੋਂ ਬਾਅਦ ਫਿਰ ਪਰਮੇਸ਼ਰ ਬੋਲੇ ਨਹੀਂ। ਹਜ਼ਰਤ ਮੂਸਾ ਜੀ ਆਏ, ਉਹਨਾਂ ਨੂੰ ਪੂਜਾ ਪਾਠ ਕਰਨ ਵਾਲਾ, ਸਿਮਰਨ ਕਰਨ ਵਾਲਾ ਮਿੱਤਰ ਅਤੇ ਸ਼ਰਾਬੀ ਕਬਾਬੀ ਦੋਵੇਂ ਮਿਲੇ। ਦੋਵੇਂ ਪੁੱਛਦੇ ਆ, ਕਹਿੰਦੇ ਹੁਣ ਦੱਸੋ ਮੂਸਾ ਜੀ, ਪਰਮੇਸ਼ਰ ਨੇ, ਭਗਵਾਨ ਨੇ ਸਾਡੇ ਬਾਰੇ ਕੀ ਕਿਹਾ ਹੈ। ਤੇ ਹਜ਼ਰਤ ਮੂਸਾ ਜੀ ਕਹਿਣ ਲੱਗੇ ਮੈਂ ਭਗਵਾਨ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਪਰਮੇਸ਼ਰ ਮੇਰੇ ਦੋ ਮਿੱਤਰ ਆ, ਇੱਕ ਪੂਜਾ ਪਾਠ ਵਾਲਾ ਹੈ, ਸਿਮਰਨ ਵਾਲਾ ਹੈ, ਉਹਨੂੰ ਕੀ ਫਲ ਮਿਲੇਗਾ। ਕਹਿੰਦੇ ਜਦੋਂ ਮੈਂ ਇਹ ਬਚਨ ਆਖਿਆ ਤੇ ਭਗਵਾਨ ਚੁੱਪ ਕਰ ਗਿਆ, ਕੁਝ ਨਹੀਂ ਬੋਲੇ। ਤੇ ਜਦੋਂ ਕਹਿੰਦੇ ਮੈਂ ਆਖਿਆ ਕਿ ਇੱਕ ਸ਼ਰਾਬੀ ਆ, ਕਬਾਬੀ ਆ, ਉਹਨੂੰ ਕੀ ਫਲ ਮਿਲੇਗਾ, ਕਹਿੰਦੇ ਭਗਵਾਨ ਬੋਲ ਪਏ। ਤੇ ਭਗਵਾਨ ਫਿਰ ਕਹਿੰਦੇ ਬੋਲੇ ਤੇ ਕਹਿਣ ਲੱਗੇ ਕਿ ਮੇਰੇ ਸਾਹਮਣੇ ਬੈਠਿਆਂ ਬੈਠਿਆਂ ਇੱਕ ਊਠ ਆਇਆ ਜਿਹੜਾ ਬਹੁਤ ਜ਼ਿਆਦਾ ਭਾਰ ਸਮਾਨ ਲੱਦਿਆ ਹੋਇਆ ਸੀ, ਪਰ ਫਿਰ ਵੀ ਸ਼ਰਾਰਤਾਂ ਕਰ ਰਿਹਾ ਸੀ, ਮਸਤੀ ਕਰ ਰਿਹਾ ਸੀ। ਭਗਵਾਨ ਕਹਿੰਦੇ ਮੇਰਾ ਮਨ ਹੋਇਆ ਮੈਂ ਉਹਨੂੰ ਚੱਕੀ ਸੂਈ ਤੇ ਸੂਈ ਦੇ ਨੱਕੇ ਵਿੱਚ ਹੀ ਕੱਢ ਦਿੱਤਾ। ਜਦੋਂ ਇੰਨੀ ਗੱਲ ਕਹੀ ਨਾ ਤੇ ਜਿਹੜਾ ਮੇਰੇ ਵਰਗਾ ਪਾਠ ਕਰਦਾ, ਸਿਮਰਨ ਕਰਦਾ, ਉਹ ਕਹਿੰਦਾ ਵੀ ਇਹ ਗੱਲ ਤਾਂ ਬੜੀ ਅਸੰਭਵ ਜਿਹੀ ਆ, ਲੱਦਿਆ ਲਦਾਇਆ ਊਠ ਸੂਈ ਦੇ ਨੱਕੇ ਵਿੱਚ ਹੀ ਲੰਘਣਾ ਬੜਾ ਔਖਾ। ਜਦੋਂ ਇਹ ਗੱਲ ਆਖੀ ਨਾ ਉਹਨੇ, ਜਿਹੜਾ ਸ਼ਰਾਬੀ ਸੀ, ਕਬਾਬੀ ਸੀ, ਉਹ ਝਟਦਾ ਨਹੀਂ ਬੋਲ ਪਿਆ। ਉਹ ਕਹਿੰਦਾ ਇਹ ਗੱਲ ਸੱਚ ਆ, ਇਹ ਗੱਲ ਹੋ ਸਕਦੀ ਏ,
क्योंकि भगवान सब कुछ कर सकता है, परमेश्वर सब कुछ कर सकता है, ਉਹਦੇ ਵਸ਼ ਵਿੱਚ ਸਭ ਕੁਝ ਆ। ਉਹ ਚਾਹੇ ਤਾਂ ਸੂਈ ਦੇ ਨੱਕੇ ਵਿੱਚ ਹੱਥ ਊਠ ਤਾਂ ਇੱਕ ਪਾਸੇ ਰਿਹਾ, ਉਹ ਤੇ ਪਹਾੜ ਵੀ ਕੱਢ ਸਕਦਾ ਹੈ, ਕਿਉਂਕਿ ਉਹ ਭਗਵਾਨ ਆ, ਉਹ ਖੁਦ ਖੁਦਾ, ਉਹ ਪਰਮੇਸ਼ਰ ਆ, ਉਹ ਕੁਝ ਵੀ ਕਰ ਸਕਦਾ ਹੈ। ਤੇ ਸਾਧ ਸੰਗਤ ਜੀ ਵਿਸ਼ਵਾਸ ਹੋ ਗਿਆ ਕਿ ਇਸ ਬਾਰਬੀ ਦਾ ਵਿਸ਼ਵਾਸ ਹੈ, ਪਰ ਸਾਡਾ ਸਿਮਰਨ ਵਾਲਿਆਂ ਦਾ, ਪੂਜਾ ਪਾਠ ਵਾਲਿਆਂ ਦਾ ਵਿਸ਼ਵਾਸ ਹੈ ਨਹੀਂ। ਗੱਡ ਕੀ ਆਖੂ ਸਤਨਾਮ ਸਿੰਘ। ਇਸ ਲਈ ਧੰਨੇ ਜੜ ਦਾ ਅਟੁੱਟ ਵਿਸ਼ਵਾਸ ਸੀ, ਪੂਰਨ ਭਰੋਸਾ ਸੀ, ਤੇ ਰੱਬ ਸਾਹਮਣੇ ਬਹਿ ਕੇ ਰੋਟੀ ਵੀ ਖਾਂਦਾ ਏ, ਲੱਸੀ ਵੀ ਪੀਂਦਾ ਏ, ਤੇ ਨਾਲ ਧੰਨੇ ਜੜ ਦੇ ਹੋ ਕੇ ਨੱਕੇ ਵੀ ਮੋੜਦਾ ਏ। ਗੱਡ ਕੀ ਆਖੂ ਸਤਨਾਮ ਸਿੰਘ। ਇੱਕ ਹੋਰ ਸਾਖੀ ਆਉਂਦੀ ਏ, ਕਹਿੰਦੇ ਇੱਕ ਪੁਰਖ, ਇੱਕ ਬੰਦਾ, ਇੱਕ ਆਦਮੀ ਸਦਾ ਹੀ ਪਰਮੇਸ਼ਰ ਦੀ ਬੰਦਗੀ ਵਿੱਚ ਰਹਿੰਦਾ ਏ, ਸਦਾ ਹੀ ਬਰਾਗ ਵਿੱਚ ਰਹਿੰਦਾ ਏ, ਤੇ ਸਦਾ ਹੀ ਪਰਮੇਸ਼ਰ ਨੂੰ ਅੰਗ ਸੰਗ ਸਮਝਦਾ ਏ, ਤੇ ਉਹਦੇ ਸਾਰੇ ਕੰਮ ਪੂਰਨ ਵੀ ਹੁੰਦੇ, ਤੇ ਸਦਾ ਬਹੁਤ ਬਰਾਗ ਵਿੱਚ ਰਹਿੰਦਾ ਏ। ਜਦੋਂ ਬਰਾਗ ਵਿੱਚ ਰਹਿੰਦਾ ਏ ਤੇ ਸਾਧ ਜਦੋਂ ਕਿਤੇ ਵੀ ਜਾਂਦਾ ਏ, ਹਰ ਕੰਮ ਵਿੱਚ ਭਗਵਾਨ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਸਮਝਦਾ ਏ, ਤੇ ਜਿਉਂ ਕਦੀ ਕਦੀ ਪਿੱਛੇ ਮੁੜ ਕੇ ਦੇਖਦਾ ਏ ਤੇ ਉਹ ਮਹਿਸੂਸ ਕਰਦਾ ਏ ਆਪਣੇ ਪਿੱਛੇ ਜਿਵੇਂ ਚਾਰ ਪੈਰਾਂ ਦੀ ਪੈੜ ਹੋਵੇ, ਇੱਕ ਉਹਦੀ ਆਪਣੀ ਤੇ ਇੱਕ ਭਗਵਾਨ ਦੀ ਹੋਵੇ। ਉਹਨੂੰ ਵਿਸ਼ਵਾਸ ਇੰਨਾ ਬਣ ਗਿਆ ਕਿ ਭਗਵਾਨ ਹਰ ਵੇਲੇ ਮੇਰੇ ਅੰਗ ਸੰਗ ਰਹਿੰਦੇ ਆ। ਤੇ ਸਾਧ ਸੰਗਤ ਜੀ ਇੱਕ ਦਿਨ ਐਸਾ ਹੋਇਆ ਕਿ ਅਚਾਨਕ ਕੋਈ ਘਟਨਾ ਵਾਪਰ ਗਈ, ਤੇ ਸਾਧ ਸੰਗਤ ਜੀ ਉਹ ਜਿਹੜਾ ਪ੍ਰਾਣੀ ਸੀ ਨਾ, ਮਨੁੱਖ ਸੀ, ਉਹਦੇ ਉੱਤੇ ਕੋਈ ਝੂਠਾ ਕੇਸ ਪੈ ਗਿਆ, ਕਚਹਿਰੀ ਦੇ ਅੰਦਰ ਕੇਸ ਚੱਲਿਆ। ਮਨ ਬੜਾ ਵੈਰਾਗ ਆ। ਅੱਜ ਪਤਾ ਲੱਗ ਗਿਆ ਵੀ ਝੂਠਾ ਕੇਸ ਪੈ ਗਿਆ, ਅੱਜ ਜੱਜ ਨੇ ਪਤਾ ਨਹੀਂ ਕਿਹੜੀ ਸਜ਼ਾ ਸੁਣਾ ਦੇਣੀ ਆ। ਅਰਦਾਸਾਂ ਬੇਨਤੀਆਂ ਕਰਦਾ, ਭਗਵਾਨ ਤੂੰ ਤੇ ਜਾਣਦਾ ਏ ਮੈਂ ਕੋਈ ਕਸੂਰ ਨਹੀਂ ਕੀਤਾ, ਪਰ ਇਹ ਸੰਸਾਰ ਆ, ਨਿਰੰਕਾਰ ਨੂੰ ਭਗਵਾਨ ਇਹ ਤੇਰੀ ਮਹਿਮਾ ਨਹੀਂ ਜਾਣਦੇ, ਅੱਜ ਕਿਰਪਾ ਕਰੀ ਤੂੰ ਮੈਨੂੰ ਬਚਾ ਲਈ। ਤੇ ਸਾਸੀ ਇੰਨਾ ਵੈਰਾਗ ਹੋਇਆ, ਜਦੋਂ ਜਾਂਦਾ ਹੈ ਨਾ, ਜਿਵੇਂ ਜਿਵੇਂ ਕਚਹਿਰੀ ਨੇੜੇ ਆਉਂਦੀ ਏ, ਮਨ ਵੈਰਾਗ ਹੋ ਰਿਹਾ ਏ, ਤੇ ਸਾਧ ਸੰਗਤ ਦੀ ਮਨ ਟੁੱਟਦਾ ਜਾ ਰਿਹਾ ਏ। ਜਿਹੜੀ ਪੈਸਲ ਆਉਣੋਂ ਹਟ ਗਈ, ਤੇ ਸਾਸੀ ਮਨ ਦੇ ਅੰਦਰ ਅੱਜ ਵਿਸ਼ਵਾਸ ਟੁੱਟ ਗਿਆ। ਭਗਵਾਨ ਦੇ ਚਰਨਾਂ ਵਿੱਚ ਬੇਨਤੀ ਕਰਦਾ, ਕਹਿੰਦੇ ਭਗਵਾਨ ਅੱਜ ਤੂੰ ਵੀ ਮੇਰਾ ਸਾਥ ਛੱਡ ਗਿਆ। ਮੈਂ ਪਿੱਛੇ ਮੁੜ ਕੇ ਤੱਕਿਆ, ਅੱਜ ਮੈਂ ਜਿੱਥੇ ਦੇਖਦਾ ਸੀ ਚਾਰ ਪੈਰਾਂ ਦੀ ਪੈੜ ਹੁੰਦੀ ਸੀ, ਅੱਜ ਦੋ ਪੈਰਾਂ ਦੀ ਪੈੜ ਆ, ਤੇ ਮੈਨੂੰ ਲੱਗਦਾ ਏ ਅੱਜ ਭਗਵਾਨ ਤੂੰ ਵੀ ਮੇਰੇ ਨਾਲ ਗੁੱਸੇ ਹੋ ਗਿਆ। ਅੱਜ ਲੱਗਦਾ ਹੈ ਮੇਰੇ ਕੋਲੋਂ ਕੋਈ ਕਸੂਰ ਹੋ ਗਿਆ ਏ, ਮੇਰੇ ਕੋਲੋਂ ਕੋਈ ਗਲਤੀ ਹੋ ਗਈ, ਜੇ ਮੇਰੇ ਤੋਂ ਕੋਈ ਅਣਜਾਣੇ ਵਿੱਚ ਕੋਈ ਭੁੱਲ ਹੋਈ ਏ, ਤੇ ਪਰਮੇਸ਼ਰ ਮੈਨੂੰ ਮਾਫ ਕਰ ਤੇ ਕਿਰਪਾ ਕਰ। ਸਾਸੀ ਐਸਾ ਮਨ ਬੈਰਾਗ ਹੋਇਆ। ਜਿਵੇਂ ਜਿਵੇਂ ਸਾਧ ਸੰਗਤ ਦੀ ਕਚਹਿਰੀ ਨੇੜੇ ਆਉਂਦੀ ਹੈ, ਮਨ ਟੁੱਟਦਾ ਜਾ ਰਿਹਾ ਹੈ। ਤੇ ਸਾਧ ਸੰਗਤ ਦੀ ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ। ਪਰਮ ਪਿਤਾ ਪਰਮੇਸ਼ਰ ਜਿਹਦਾ ਨਾਮ ਸਿਮਰਨ ਜਿਨ੍ਹਾਂ ਨੂੰ ਪਿਆਰਾ ਲੱਗਾ ਏ, ਜਿਹੜੇ ਸਵਾਸ ਸਵਾਸ ਜਪਦੇ ਨੇ ਨਾ, ਉਹ ਤੇ ਕਦੀ ਸੋਚਦੇ ਵੀ ਨਹੀਂ ਐਸਾ ਕੰਮ ਹੁੰਦਾ ਏ, ਉਹ ਪਰਮੇਸ਼ਰ ਆਪੇ ਹੀ ਸਹਿਜ ਸਵਾਈ ਕਰ ਜਾਂਦਾ ਏ। ਗੱਡ ਕੀ ਆਖੂ ਸਤਨਾਮ। ਤੇ ਅੱਜ ਭਗਵਾਨ ਨੂੰ ਪਤਾ ਮੇਰਾ ਪਿਆਰਾ ਜਿਹੜਾ ਸੇਵਕ ਆ ਨਾ, ਇਹਦਾ ਮਨ ਬੜਾ ਬੈਰਾਗੀ ਹੋ ਜਾਂਦਾ ਏ, ਹਿਰਦਾ ਬੜਾ ਨਿਰਮਲ ਆ, ਬੜਾ ਪਵਿੱਤਰ ਆ। ਕਿਤੇ ਮੇਰੇ ਸੇਵਕ ਦਾ ਮਨ ਨਾ ਟੁੱਟ ਜਾਏ, ਦਿਲ ਨਾ ਟੁੱਟ ਜਾਏ, ਵਿਸ਼ਵਾਸ ਨਾ ਟੁੱਟ ਜਾਏ। ਤੇ ਸਾਧ ਸੰਗਤ ਜੀ ਉਹ ਸੇਵਕ ਤੜਪਦਾ ਏ, ਅਰਦਾਸਾਂ ਕਰਦਾ, ਕਿਉਂਕਿ ਪੈੜ ਇੱਕ ਆਉਂਦੀ ਹੈ। ਤੇ ਸਾਧ ਸੰਗਤ ਜੀ ਭਗਵਾਨ ਨੇ ਸੋਚਿਆ ਕਿਤੇ ਮੇਰਾ ਪਿਆਰਾ ਪੁਰਾਣੇ ਨਾ ਤਿਆਗ ਜਾਏ। ਸਾਧ ਸੰਗਤ ਜੀ ਭਗਵਾਨ ਨੇ ਆਕਾਸ਼ਬਾਣੀ ਆਵਾਜ਼ ਦਿੱਤੀ, ਕਹਿੰਦੇ ਪਿਆਰਿਆ ਤੂੰ ਕਿਉਂ ਡੋਲਦਾ ਏ, ਤੂੰ ਕੱਲ ਕਾਹੇ ਡੋਲੇ ਪ੍ਰਾਣੀਆਂ ਤੋਂ ਦਰਾਖੇਗਾ ਸਿਰਜਣਹਾਰ। ਤੈਨੂੰ ਮੈਂ ਸਿਰਜੇ ਕੇ ਭੇਜਿਆ ਏ, ਤੈਨੂੰ ਮੈਂ ਸਵਾਰਾਂਗਾ ਵੀ ਸ਼ਿੰਗਾਰਾਂਗਾ ਵੀ, ਤੂੰ ਕਿਉਂ ਡੋਲਦਾ ਏ। ਜਦੋਂ ਆਵਾਜ਼ ਆਈ, ਕਹਿੰਦੇ ਭਗਵਾਨ ਤੂੰ ਕਹਿੰਦੇ ਡੋਲਦਾ ਕਿਉਂ ਆ। ਮੈਂ ਡੋਲਾਂ ਨਾ ਤਾਂ ਹੋਰ ਕੀ ਹੋਵੇ, ਅੱਗੇ ਮੈਂ ਦੇਖਦਾ ਚਾਰ ਪੈੜਾਂ ਹੁੰਦੀਆਂ ਸੀ, ਹੁਣ ਦੋ ਪੈੜਾਂ ਆਉਂਦੀਆਂ ਨੇ, ਅੱਜ ਤੂੰ ਮੇਰਾ ਸਾਥ ਛੱਡ ਗਿਆ, ਮੇਰੇ ਤੋਂ ਕੋਈ ਗਲਤੀ ਹੋ ਗਈ। ਕਹਿੰਦੇ ਭਗਵਾਨ ਕਹਿਣ ਲੱਗੇ ਬਈ ਪਿਆਰਿਆ ਤੇਰੇ ਨਾਲ ਪ੍ਰੇਮ ਹੀ ਇੰਨਾ ਹੋ ਗਿਆ, ਤੂੰ ਡੋਲੇ ਹੀ ਇੰਨਾ ਗਿਆ, ਤੇਰੇ ਮਨ ਵਿੱਚ ਬਰੈਗ ਹੀ ਇੰਨਾ ਹੋ ਗਿਆ ਕਿ ਤੂੰ ਤੜਪ ਰਿਹਾ ਸੀ, ਮੇਰੇ ਕੋਲ ਦੇਖਿਆ ਨਹੀਂ ਗਿਆ। ਮੈਂ ਤੈਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ, ਇਸ ਲਈ ਜਿਹੜੀ ਤੂੰ ਪੈੜ ਦੇਖਦਾ ਉਹ ਤੇਰੀ ਨਹੀਂ, ਉਹ ਮੇਰੀ ਆ। ਗੱਡ ਕੇ ਆਖੂ ਸਤਨਾਮ ਸ੍ਰੀ। ਇਸ ਲਈ ਅਚਿੰਤ ਕੰਮ ਕਰੀ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ। ਜਿਨ੍ਹਾਂ ਨੂੰ ਮੇਰਾ ਨਾਮ ਪਿਆਰਾ ਆ ਨਾ, ਮੈਂ ਉਹਨਾਂ ਦੇ
बिना सोचिया ही सारे काम कर देना, तू क्यों डोलदा? इसलिए मैं तेन गोदी में चुक्या, इसलिए पैड़ मेरी आ, तू अपनी पैड़ ना समझ गढ़ के आखू सतनाम। इसलिए साध संगत जी, जैन पेखों तै हजूर दूर कतहों ना डाई, रब रहा सरबतर मैं मन सदा ते आई। ईत यूत नहीं बिछड़ी सो संगी गणिए, बिन सजाई जो निमख में आलप सुख भणिए। प्रत पाले अपयाऊ दी कश ऊन न होई, साथ साथ संभालता मीरा प्रभ सोई। अशल अशीद अपार प्रभ ऊंचा जाका रूप, जप जप करे आनंद जन। परमेश्वर के प्यारे सिमर सिमर के आनंद लेंदे ने, जीवन दीआं खुशियां माणदे ने, प्रभु का आशीर्वाद प्राप्त करते हैं। जप जप करें आनंद जन, अचरज अनूप उस परमेश्वर के सोहने सुंदर स्वरूप ताई जप जप के आनंद लेंदे ने, आशीर्वाद प्राप्त करके खुशियां माणदे हैं। जप जप करें आनंद जन, अचरज अनूप सा मत दिहु दयाल प्रभ। हे परमेश्वर तू दयालु है, कृपालु है, मेहरबान है, मैनू ओ मत दे, गुरमत बख्शिश कर। जित तुम्हें आराधा जे सदका परमेश्वर सदा ही तेनू आराधते रहिए, सिमरते रहिए, जपते रहिए, कदे भुलीए ना। नानक मंगै दान प्रभ रेण पग साधा। साहब सतगुरु अर्जन देव पातशाह भजन करते हैं, पातशाह किरपा कर परमेश्वर जे तुठिया है तो तेरे प्यारिਆਂ ਦੀ इन्हां साधुआं ਦੀ चरणों की खाक धूड़ बख्श दे, गढ़ के आखू सतनाम श्री। ते साधु इसलिए पातशाह कहते ने, आस प्यासी मैं फिरों कब पेखूं गोपाल, है कोई साजन संत जन नानक प्रभ मेलनहार। बिन मिलवै शांत न उपजै, तिल पल रहन न जाए, हर साधा शरणागति नानक आस पराए। परमेश्वर साधुआं दी शरण विच रहिंदा है, जिथे परमेश्वर सारियां जीवां दीआं सारियां संगतां दीआं आसां पूर्ण करदा है। इसलिए बड़ भागी से काढ़ियां प्यारे संत संगत जिन्हां वासो। बड़े भागां वाले ने जिन्हां नूं सतगुरां दी साधुआं दी संगत नसीब हुंदी है, प्राप्त हुंदी है। अमृत नाम आराधिए ते संगत विच आकर के परमेश्वर दा अमृत रूपी नाम रस प्राप्त करते हैं, आराधते हैं ते तन मन निर्मल कर लेंदे ने, पवित्र कर लेंदे ने। अमृत नाम आराधिए निर्मल मनै होवे प्रकाशो, मन दे अंदर प्रकाश हो जाता है। ते सत्संग दी इसलिए पातशाह कहने, सुन सुन सो सुन सुन जीवां सोए दिना कि जिन अपना प्रभ जाता। मैं उन्हां दी महिमा सुन सुन के जीउंदा, जिन्हां ने परमेश्वर तैनूं जान लिया, पहचान लिया, प्राप्त कर लिया। इसलिए हर नाम आराधा है, नाम बखाना हर नाम ही। परमेश्वर वो तेरा नाम जपदे आ, नाम ही आराधे आ, तेरे नाम विच ही रंगे रहिंदे आ। इसलिए पातशाह ऊच अपार बेअंत स्वामी, कौन जाने गुण तेरे। परमेश्वर तेरे गुण गौण जान सकता है। गाव ते उधर ही सुन ते उधर ही बिनसी पाप गनेरे। तेनों गाउण वाले भी ते सुनन वाले भी उधार हो जाता है, संसार तो तर जाते हैं, जीवन सफल कर जाते हैं। पशु प्रेत मुगध को तारे तैं ते पशुआं वर्गे, साध संगत दी अज्ञानी मूर्ख पत्थरां तो भारी जीव तार दिते ने। पशु प्रेत मुगध को तारे, पाहन पार उतारे, जिन्हां दा जीवन पत्थरां वर्गा सी, वो भी तार दिते ने। नानक दास तेरी सरणाई सदा सदा बलिहारी। परमेश्वर ते तों बलिहार जाने। इसलिए साहब सतगुरु धन्ना जी वचन करते हैं, भरमत फिरत बहु जन्म बलाने, तन मन तन नहीं तीरी। बड़े जन्म भरमदियां दे लंघ गए ते अज लालच बिख काम लुभ दराते, मन विसरे प्रभ हीरे। वो जिहड़ा परमेश्वर का नाम अमोलक हीरा, पूरे सतगुर पास सतगुर सेवे लगिया कड़ रतन देवे प्रगास, उस रतन हीरे नूं भुल गए सी। इसलिए बिख फल मीठ लगे, मन बौरे चार अचार ना जाने। मन कमला परमेश्वर चंगा ते बुरा समझ नहीं सकिया, मत टिकाने नहीं सी। परमेश्वर अज तू किरपा की पातशाह, परमेश्वर तेरी मिरता किरपा हुई है। ते सत्संग दी प्रेम भगत मानी प्रभ पहचानिया, प्रेम भगत जानी प्रभ मानिया, तृप्त पाए मन मुक्त पाए। अज परमेश्वर पूर्ण तृप्ति हो गई आ, संसार के पुरातन भी रज गए। निरंक तेरी दर्शन करके, तेरा आशीर्वाद प्राप्त करके पूर्ण तृप्ति हो गई है। साध संगत जी, जोत समाई जोत समानी, असली प्रभ पहचानिया, जिहड़ा किसी तो छड़िया नहीं गया। परमेश्वर तू आप किरपा करके मिलाप बख्शे, प्राप्त हो गए। तन्नै तन पाया धरणी तर। साहब सतगुरु धन्ना जी कहते हैं, मैं तो कमला सी, परमेश्वर तू आप मेहर करके दीदार दिते ने, सारे पदार्थ बख्शे ने,
इस लई मिल जन संत सुमन ये सारी सतगुरां की किरपा साधुआं की किरपा हुई है। इस लई गुर किरपा दी नरको कीनी तै ही जुगत पछानी नानक लीन भयो गोबिंद सो ज्यों पानी संग पानी। इस लई साध संगत दी खाक संतन की दिहो मेरे प्यारे आए पया हर तेरे द्वारे दर्शन पीखत मन उमाहा नानक मिलन सुभाई जी। इस लई साध संगत दी हुइयां भुलां दी खिमा अतुट विश्वास पूर्ण भरोसा रख के अकाल पुरख परम पिता परमेश्वर जिस परमात्मा ने 84 लाख जूना तो मुक्ति बख्शी करदे ये मनुखा जन्म उत्तम देही बख्शी है ते सासनी सवासां रूपी पूंजी बख्शी है अमोलक सवास बख्शे ने उदा आराधन करिए। इसलिए पातशाह कहते ने कहाँ विसासा दे का बिल मना कर हो मीत सवास सवास परमेश्वर का धन्नवाद करिए आराधना करिए। उम्र उही विच लेखे जो याद साईं दी गुजरी। इसलिए पातशाह कहते ने सास सास सिमरो गोबिंद मन अंतर की उतरै चिंद आस अनित त्यागू तरंग संत जना की धूड़ मन मांग आप छोड़ बेनती करो साध संग अगन सागर तरो। साधुओं की संगत करके ये संसार अग का समुद्र तरना करिए। हर धन के पर लिहो भंडार सेवा सिमरन दे धन इकट्ठा करके हिरदे विच बांधिए। नानक गुर पूरे नमस्कार पूरे गुरु के चरणों में नमस्कार करिए। इसलिए पातशाह कहते ने नमस्कार गुरुदेव को सतनाम जिस मंत्र सुनाया भवजल विचों कढ़ के मुक्त पदार्थ माही समाया। सतगुरु इस भावनावां दी समुद्र संसार विचों कढ़ लेंदे ने। बांह पकड़ गुड़ काढ़िया सोई उतरिया पार जिन्होंने परमेश्वर आप बांह फड़ के कढ़ते हैं। बांह पकड़ कढ़ लीने अपने ग्रह अंधकूप ते जिन्होंने अपने बना लैंदा है कि पातशाह उन्हां दे लई परमेश्वर दा साध संगत दी वखरा ही हथ हुंदा है वखरा ही आनंद हुंदा है। ऐसा आनंद साध संगत साहब सतगुरु धन्ना जी भी नहीं माणिया। आपां भी ये जीवन सतगुरु के चरणों में समर्पित करके जिवें अज करोना महामारी फैली है परम पिता परमेश्वर के चरणों में जुड़ करके हुइयां भुलां लई अरदासां करिए कि परमेश्वर किरपा करो दुखां कलेशां का नाश करके सुखां का प्रवेश करो। ये संसार बेगमपुरा परिवार सुख बसदी रहे पार ब्रह्म परमेश्वर तेरी नगरी ये तेरा परिवार आ सदा ही सुखां विच वसे। सो साध संगत हुइयां फुल्लां दी खिमा आओ करिए अरदास जगत जलंदा रख लै अपनी किरपा थार जित द्वारे उभरै तिते ले उभार दुखिया दर्द वन दर आया बहुत प्यास जवाब न पाया कहर वदास शरण प्रभ तेरी जो जानो त्यों कर गत नहीं। तो साध संगत सतगुरु धन्ना ने करीब 60 साल की आडू भोग के 1475 ईस्वी नूं साध संगत दी सूरन किण मिले जल का जल हुआ राम ज्योति ज्योत रले संपूर्ण थी आराम परमेश्वर के चरणों में अभेद हो गए ने। ते अड उन्होंने आपां याद करते हैं क्योंकि उन्होंने पूर्ण भरोसा विश्वास रख के अटल विश्वास ते साध संगत दी परमेश्वर के चरणों का आनंद माणिया प्रभु की प्राप्ति की हुइयां भुलां दी खिमा। जय गुरुदेव धन गुरुदेव जय सतगुरु रविदास जी धन सतगुरु रविदास जी। वाहिगुरू जी का खालसा वाहिगुरू जी।